ਤੁਹਾਡਾ ਸਵਾਗਤ ਦੋਸਤੋ। ਮੈਂ ਹਾਂ ਤੁਹਾਡਾ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਔਰ ਰੇਡੀਓ ਖੁਸ਼ੀ 90.4 FM ਤੇ ਅੱਜ ਨੇ ਮੇਰੇ ਨਾਲ ਐਲੀਨਾ ਦੇਮਾਨ, ਸਟੂਡੈਂਟ, ਰਾਈਟਰ ਐਂਡ ਕਵਿੱਤਰੀ, ਔਰ ਇਸ ਦੇ ਨਾਲ ਹੀ ਮੋਗਾ ਜ਼ਿਲ੍ਹੇ ਦੇ ਇਹ ਪੰਜਾਬੀ ਵਿਸ਼ਵ ਸਭਾ ਕੈਨੇਡਾ ਦੇ ਪ੍ਰੈਜ਼ੀਡੈਂਟ ਵੀ ਨੇ। ਉਹਨਾਂ ਦੇ ਨਾਲ ਸਾਡੀਆਂ ਚੱਲ ਰਹੀਆਂ ਨੇ ਗੱਲਾਂ ਤੇ ਉਹਨਾਂ ਤੋਂ ਅੱਜ ਅਸੀਂ ਜਾਣ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਹੈ ਉਹ ਆਪਣੇ ਸੇਵਾ, ਇਸ ਮਾਨਵਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਤੇ ਆਓ ਅਸੀਂ ਫਿਰ ਤੋਂ ਕਰਦੇ ਹਾਂ ਅਲੀਨਾ ਜੀ ਦਾ ਰੇਡੀਓ ਖੁਸ਼ੀ ਤੇ ਸਵਾਗਤ, ਔਰ ਉਹਨਾਂ ਨਾਲ ਕਰਾਂਗੇ ਖੂਬ ਸਾਰੀਆਂ ਗੱਲਾਂ। ਤੇ ਅਲੀਨਾ, ਰੇਡੀਓ ਖੁਸ਼ੀ 90.4 FM ਤੇ ਤੁਹਾਡਾ ਫਿਰ ਤੋਂ ਸਵਾਗਤ। ਸਤਿ ਸ੍ਰੀ ਅਕਾਲ ਜੀ ਅੰਕਲ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਫਿਰ ਤੋਂ ਤੁਹਾਨੂੰ ਦੁਬਾਰਾ ਫਿਰ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ। ਹੁਣ ਅਸੀਂ ਇੱਕ ਗੱਲ ਕਰਦੇ ਹਾਂ ਐਲੀਨਾ, ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ, ਮੈਨੂੰ ਇਹ ਕੰਮ ਦੇਖ ਕੇ ਕਬੀਰ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਸ਼ਲੋਕ ਯਾਦ ਆ ਗਿਆ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ। ਉਹਨਾਂ ਦਾ ਕਹਿਣਾ ਸੀ ਕਿ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਪੜੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਮਤਲਬ ਕਿ ਦੁਨੀਆ ਜਿੱਧਰ ਗਈ ਹੈ ਕਬੀਰ ਉਧਰ ਨਹੀਂ ਜਾਂਦਾ। ਕਬੀਰ ਆਪਣਾ ਅਲੱਗ ਰਸਤਾ ਚੁਣਦਾ ਹੈ। ਕਬੀਰ ਇੱਕ ਔਖੇ ਰਸਤਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਰਸਤਿਆਂ ਤੇ ਜਿਨ੍ਹਾਂ ਤੇ ਕੋਈ ਚੱਲਿਆ ਨਾ ਹੋਵੇ। ਤੁਸੀਂ ਵੀ ਇਸੇ ਤਰ੍ਹਾਂ ਦਾ ਹੀ ਰਸਤਾ ਲਿਆ। ਅੱਜ ਜਦ ਕਿ ਸਾਰੀ ਦੀ ਸਾਰੀ ਦੁਨੀਆ ਗਲੈਮਰ ਦੇ ਵਿੱਚ, ਜਾਂ ਅਸੀਂ ਕਹਿ ਲਈਏ ਫੈਸ਼ਨ ਦੇ ਵਿੱਚ ਗ੍ਰਸਤ ਹੋਈ ਪਈ ਹੈ, ਉਸ ਟਾਈਮ ਤੇ ਤੁਸੀਂ ਹੱਥ 'ਚ ਕਲਮ ਫੜੀ ਹੈ, ਲੋਕਾਂ ਨੂੰ ਜਗਾ ਰਹੇ ਹੋ, ਲੋਕਾਂ ਨੂੰ ਟੁੰਬ ਰਹੇ ਹੋ। ਤੇ ਸਭ ਤੋਂ ਪਹਿਲਾਂ ਤੇ ਫਿਰ ਉਸੇ ਤਰ੍ਹਾਂ ਹੀ ਸ਼ੁਰੂਆਤ ਮੈਂ ਚਾਹਾਂਗਾ ਤੁਹਾਡੀ ਕਿਸੇ ਇਹੋ ਜਿਹੀ ਟੁੰਬਵੀਂ ਕਵਿਤਾ ਤੋਂ ਕੀਤੀ ਜਾਵੇ, ਤੇ ਬਾਕੀ ਦੀਆਂ ਗੱਲਾਂ ਅਸੀਂ ਉਦੋਂ ਬਾਅਦ 'ਚ ਕਰਾਂਗੇ। ਕੋਈ ਕਿਹੜੀ ਕਵਿਤਾ ਸੁਣਾਓਗੇ ਪਹਿਲੇ? ਜੀ ਮੈਂ ਇੱਕ ਹੋਰ ਤੁਹਾਨੂੰ ਗਜ਼ਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਇਸ ਵਿੱਚ ਥੋੜਾ ਰੂਹਾਨੀ ਰੰਗ ਹੈ, ਕਿਉਂਕਿ ਮੇਰੇ ਜਾਂ ਤੇ ਸਮਾਜਿਕ ਰੰਗ ਹੁੰਦਾ ਤੇ ਜਾਂ ਫਿਰ ਰੂਹਾਨੀ ਰੰਗ ਹੁੰਦਾ ਵਿੱਚ। ਤੇ ਇਸ ਗਜ਼ਲ ਦਾ ਮੈਂ ਸਿਰਲੇਖ ਰੱਖਿਆ ਨੀਹਾਂ। ਜੀ। ਪਿਆਰ ਮੋਹ ਜਤਾਏ ਚੰਗੇ, ਦਿਲਾਂ ਅੰਦਰ ਲੁਕਾਉਣ ਨਾਲੋਂ। ਵਾਹ ਜੀ ਵਾਹ। ਪਿਆਰ ਮੋਹ ਜਤਾਏ ਚੰਗੇ, ਦਿਲਾਂ ਅੰਦਰ ਲੁਕਾਉਣ ਨਾਲੋਂ। ਜੇ ਤੂੰ ਸੱਚਾ ਪਿਆਰ ਪਛਾਣਦਾ, ਜੇ ਤੂੰ ਸੱਚਾ ਪਿਆਰ ਪਛਾਣਦਾ, ਖੁਦ ਚਫੇਰੇ ਫੁੱਲ ਉਗਾਉਂਦਾ, ਟਾਹਣੀਆਂ ਤੋਂ ਲਾਉਣ ਨਾਲੋਂ। ਵਾਹ ਜੀ ਵਾਹ, ਬਹੁਤ ਸੋਹਣਾ। ਬਹੁਤ ਵਧੀਆ, ਬਹੁਤ ਸ਼ੁਕਰੀਆ। ਬੇਸ਼ਕੀਮਤੀ ਜੋ ਹੋਣ ਨਗੀਨੇ, ਬੇਸ਼ਕੀਮਤੀ ਜੋ ਹੋਣ ਨਗੀਨੇ, ਸਾਂਭ ਤਜੋਰੀ ਵਿੱਚ ਰੱਖੀਏ, ਜਾਨ ਨੁਮਾਇਸ਼ ਲਾਉਣ ਨਾਲੋਂ। ਜੀ। ਤੇ ਚਾਨਣ ਦਾ ਹੈ ਸ਼ੌਂਕੀ ਤੂੰ ਖੁਦ, ਚਾਨਣ ਦਾ ਜੇ ਤੂੰ ਹੈ ਸ਼ੌਂਕੀ ਖੁਦ, ਦੀਪ ਜਲਾ ਤੇ ਕਰ ਰੋਸ਼ਨੀ, ਕੋਈ ਘਰ ਮਚਾਉਣ ਨਾਲੋਂ। ਜੀ ਬਿਲਕੁਲ। ਹਾਸੀ ਵੰਡ ਜੇ ਨਹੀਂ ਹੋ ਸਕਦਾ, ਹਾਸੀ ਵੰਡ ਜੇ ਨਹੀਂ ਹੋ ਸਕਦਾ, ਬੁੱਲਾਂ ਤੇ ਲਾ ਚੁੱਪ ਦਾ ਜਿੰਦਰਾ, ਹਰ ਦਿਲ ਦੁਖਾਉਣ ਨਾਲੋਂ। ਜੀ ਬਿਲਕੁਲ। ਬੁਜ਼ਦਿਲਾ ਤੂੰ ਥਾਂ ਮਰ ਜਾਂਦਾ, ਬੁਜ਼ਦਿਲਾ ਤੂੰ ਥਾਂ ਮਰ ਜਾਂਦਾ, ਖਾ ਕੇ ਸੌ ਇਸ਼ਟ ਦੀ ਝੂਠੀ, ਖਾ ਕੇ ਸੌ ਇਸ਼ਟ ਦੀ ਝੂਠੀ, ਪਿੱਠ ਤੇ ਵਾਰ ਚਲਾਉਣ ਨਾਲੋਂ। ਮਹਾਰਾਜ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੋ ਕਸਮਾਂ ਖਾ ਕੇ ਝੂਠੀਆਂ ਤੇ ਫਿਰ ਉਹਨਾਂ ਤੇ ਵਾਰ ਚਲਾਇਆ ਸੀ ਉਹਨਾਂ ਨੇ। ਹਾਂਜੀ ਜੀ ਜੀ, ਵਾਹ ਜੀ ਵਾਹ। ਲਾਸਟ ਪੈਰਾ ਜੀ, ਛੋਟੇ ਸਾਹਿਬਜ਼ਾਦਿਆਂ ਲਈ। ਹੁੰਦੇ ਜੇ ਧਰਮ ਸ਼ਰਾਂ ਦੇ ਪੱਕੇ, ਜੀ ਹੁੰਦੇ ਜੇ ਧਰਮ ਸ਼ਰਾਂ ਦੇ ਪੱਕੇ, ਘੁੱਟ ਬਾਲਾਂ ਨੂੰ ਸੀਨੇ ਲਾਉਂਦੇ, ਨੀਹਾਂ ਵਿੱਚ ਚਿਣਵਾਉਣ ਨਾਲੋਂ। ਜੀ। ਘੁੱਟ ਬਾਲਾਂ ਨੂੰ ਸੀਨੇ ਲਾਉਂਦੇ, ਨੀਹਾਂ ਵਿੱਚ ਚਿਣਵਾਉਣ ਨਾਲ। ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਐਲੀਨਾ, ਮੈਂ ਇਹ ਜਾਣਨਾ ਚਾਹਾਂਗਾ ਕਿ ਇੰਨਾ ਤੁਸੀਂ ਕੰਮ ਕੀਤਾ ਹੈ, ਇਸ ਕੰਮ 'ਚ ਨੋ ਡਾਊਟ ਤੁਹਾਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਵੀ ਮਿਲਿਆ ਹੋਏਗਾ, ਬਹੁਤ ਸਾਰੀਆਂ ਤੁਹਾਡੀਆਂ ਟਰੋਫੀਜ਼ ਹੋਣਗੀਆਂ, ਬਹੁਤ ਸਾਰੀਆਂ ਅਚੀਵਮੈਂਟਸ ਹੋਣਗੀਆਂ। ਉਹਨਾਂ ਦੇ ਬਾਰੇ ਵੀ ਸਾਡੇ ਲਿਸਨਰਸ ਨੂੰ ਥੋੜ੍ਹਾ ਦੱਸੋ ਜੀ। ਹਾਂਜੀ, ਮੈਨੂੰ ਹਰ ਥਾਂ ਤੋਂ ਹੀ ਤਕਰੀਬਨ ਅੱਜ ਤੱਕ ਐਪਰੀਸ਼ੀਏਸ਼ਨ ਹੀ ਮਿਲੀ ਹੈ। ਮਤਲਬ ਕੋਈ ਇੱਕ ਅੱਧਾ ਪਰਸਨ ਹੋਏਗਾ ਜਿਹੜਾ
ਥੋੜਾ ਤੁਹਾਨੂੰ ਪਤਾ ਐਂਟੀ ਵੀ ਬਿਲਕੁਲ ਹੁੰਦੇ ਹੀ ਨੇ, ਬਿਲਕੁਲ, ਉਹ ਤੇ but ਨੇਚਰ ਹੈ। ਵੈਸੇ ਮੈਨੂੰ ਸਾਰਿਆਂ ਦਾ ਹੀ ਪਿਆਰ ਲਾਡ ਬਹੁਤ ਦਿਲ ਖੁੱਲ ਕੇ ਮਿਲਿਆ, ਤੇ ਟਰੋਫੀਆਂ ਵੀ ਮੈਨੂੰ ਕਾਫੀ ਮਿਲੀਆਂ ਨੇ। ਤਾਂ ਇੱਕ ਗੁਰਮੁਖੀ ਦੇ ਵਾਰਿਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੈਂ 2 ਸਾਲ ਮੰਚ ਸਕੱਤਰ ਦੀ ਭੂਮਿਕਾ ਨਿਭਾਈ, ਤੇ ਉਹ ਗੁਰਵੇਲ ਸਰ ਉਹਨਾਂ ਦਾ ਨਾਮ ਹੈ, ਉਹ ਵੀ ਗੁਰਵੇਲ ਗਹਾਲਵੀ, ਉਹ ਵੀ ਮਤਲਬ ਮੈਨੂੰ ਹਮੇਸ਼ਾ ਐਪਰੀਸ਼ੀਏਟ ਕਰਦੇ ਰਹੇ। ਫਿਰ ਮੈਂ ਕਾਫੀ ਸਾਹਿਤਕ ਸਭਾ ਦੇ ਨਾਲ ਜੁੜੀ ਆ। ਹੁਣੇ ਪਿੱਛੇ ਜੇ ਮੈਨੂੰ ਪੀਂਗਾ ਸੋਚਦੀਆਂ ਦੇ ਵੱਲੋਂ ਐਪਰੀਸ਼ੀਏਸ਼ਨ ਮਿਲਿਆ ਸੀ, ਟਰੋਫੀ ਮਿਲੀ ਸੀ। ਤੇ ਫਿਰ ਮਤਲਬ ਡਾਕਟਰ ਹਰੀ ਸਿੰਘ ਜਾਚਕ ਵੱਲੋਂ ਜਿਹੜਾ ਕਿ ਪਰਮਿੰਦਰ ਵੈਲਫੇਅਰ ਸੁਸਾਇਟੀ ਆ, ਉਹਨਾਂ ਵੱਲੋਂ ਟਰੋਫੀ ਦਿੱਤੀ ਗਈ। ਤੇ ਮੈਨੂੰ ਸੰਗਰੂਰ ਸਭਾ ਵੱਲੋਂ ਜਿਹੜੀ ਲੇਖਿਕਾ ਸਭਾ ਹੋਈ ਸੀ, ਜਦੋਂ ਮੈਂ ਕਿਸਾਨੀ ਜਿਹੜਾ ਧਰਨਾ ਹੋਇਆ ਸੀ, ਜਦੋਂ ਆਪਣੇ ਖਿਲਾਫ ਕਾਲੇ ਬਿੱਲ ਲਾਗੂ ਕੀਤੇ ਗਏ ਸੀ, ਤੇ ਉਹਦੇ ਵਿੱਚ ਮੈਨੂੰ ਜਿਹੜੇ ਬਿੰਦਰ ਸਿੰਘ ਠੀਕਰੀਵਾਲ ਨੇ, ਉਹਨਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦਾ ਸਨਮਾਨ ਕਰਨਾ ਸੀ, ਬਟ ਮੇਰੀ ਵੀ ਕਵਿਤਾ ਉਹਨਾਂ ਨੂੰ ਇੰਨੀ ਦਿਲ ਟੁੰਬੀ ਲੱਗੀ, ਤੇ ਉਹਨਾਂ ਨੇ ਐਂ ਕਿਹਾ ਕਿ ਇੱਕ ਬੱਚੀ ਸਾਡੇ ਵਿੱਚ ਆਈ ਹੋਈ ਹੈ, ਤਾਂ ਜੇ ਉਹਨੇ ਇੰਨਾ ਵਧੀਆ ਲਿਖਿਆ ਤਾਂ ਸਾਨੂੰ ਲੱਗਦਾ ਕਿ ਇਹਨੂੰ ਵੀ ਸਨਮਾਨ ਦੇਣਾ ਚਾਹੀਦਾ। ਤਾਂ ਏਦਾਂ ਮੇਰੇ ਕੋਲੇ ਕਾਫੀ ਟਰੋਫੀਜ਼ ਹੈ। ਫਿਰ ਮੈਂ ਬੋਲੀਆਂ ਲਿਖਦੀ ਹਾਂ, ਬੋਲੀਆਂ ਦੇ ਵਿੱਚ ਵੀ ਮੈਨੂੰ ਇੱਕ ਫਸਟ ਟਰੋਫੀ ਮਿਲੀ ਹੈ, ਤੇ ਇੱਕ ਮੈਂ ਕੁਝ ਜਿਵੇਂ ਮਿਸ ਪੀਸ ਦੇ ਵਿੱਚ ਮੈਂ ਟਰੋਫੀ ਜਿੱਤੀ ਹੋਈ ਹੈ। ਤੇ ਬਾਕੀ ਹਾਂਜੀ, ਸੰਸਥਾਵਾਂ ਵੱਲੋਂ ਕਾਫੀ ਟਰੋਫੀਆਂ ਮੇਰੇ ਘਰ ਪਈਆਂ ਨੇ, ਤੇ ਬਹੁਤ ਬਹੁਤ ਸ਼ੁਕਰੀਆ। ਮਤਲਬ ਮੈਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਇੰਨਾ ਪਿਆਰ, ਇੰਨਾ ਸਤਿਕਾਰ, ਬਹੁਤ ਵਧੀਆ ਦੇ ਰਹੇ ਆ ਕਿ ਜਦ ਉਹ ਬਹੁਤ ਖੁਸ਼ ਹੁੰਦੇ ਆ ਕਿ ਇੱਕ ਛੋਟੀ ਬੱਚੀ ਮਤਲਬ ਏਦਾਂ ਸੋਚਦੀ ਹੈ ਜਾਂ ਇੰਨਾ ਵਧੀਆ ਲਿਖਦੀ ਹੈ। ਤਾਂ ਮੈਨੂੰ ਤਾਂ ਸਾਰੇ ਬਹੁਤ ਪਿਆਰ ਕਰਦੇ ਆ। ਬਹੁਤ ਵਧੀਆ ਤੁਸੀਂ ਇਹ ਗੱਲ ਜਿਹੜੀ ਕੀਤੀ ਹੈ, ਕਰਦੀ ਆ ਉਸ ਪ੍ਰਮਾਤਮਾ ਦਾ ਕਿ ਜਿਹੜੇ ਮਤਲਬ ਮੈਨੂੰ ਇਹ ਬਲੈਸਡ, ਆਈ ਫੈਲਟ ਸੋ ਬਲੈਸਡ ਕਿ ਸਭ ਦਾ ਪਿਆਰ ਮੈਨੂੰ ਨਸੀਬ ਹੋ ਰਿਹਾ। ਜੀ, ਇਹਦੇ ਨਾਲ ਹੀ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹਾਂਗਾ। ਅੱਜ ਤੱਕ ਮੈਂ ਜਿੰਨੇ ਵੀ ਸਾਡੇ ਪੰਜਾਬੀ ਰਾਈਟਰਸ ਦੇਖਦਾ ਹਾਂ, ਉਹ ਪੰਜਾਬੀ ਦੇ ਵਿੱਚ ਤੇ ਬਹੁਤ ਵਧੀਆ ਹੁੰਦੇ ਆ, ਪਰ ਜੇਕਰ ਉਹਨਾਂ ਨੂੰ ਅਸੀਂ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਕਹੀਏ ਕੁਝ ਲਿਖੋ ਕੁਝ ਬੋਲੋ, ਤੇ ਉਸ ਜਗ੍ਹਾ ਤੇ ਜਾ ਕੇ ਉਹ ਵਿਚਾਰੇ ਜਿਹੜੇ ਆ ਉਹ ਮਤਲਬ ਕਿ ਬਿਲਕੁਲ ਹੈਂਡੀਕੈਪਡ ਹੋ ਜਾਂਦੇ ਆ। ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਉਹਨਾਂ ਦੀ ਇੰਨੀ ਮਤਲਬ ਕਿ ਮਹਾਰਤ ਨਹੀਂ ਹੁੰਦੀ। ਔਰ ਤੁਸੀਂ ਕੀ ਸਿਰਫ ਅਜੇ ਤਾਈਂ ਪੰਜਾਬੀ ਤੱਕ ਹੀ, ਕਿਉਂਕਿ ਜਿਵੇਂ ਤੁਸੀਂ ਦੱਸਿਆ MSc ਕਰ ਰਹੇ ਹੋ, ਪੰਜਾਬੀ ਤੱਕ ਹੀ ਸੀਮਤ ਹੋ, ਜਾਂ ਤੁਸੀਂ ਇੰਗਲਿਸ਼ ਲਿਟਰੇਚਰ ਨੂੰ ਵੀ ਹੱਥ ਪਾਇਆ ਹੈ, ਉਸ ਪਾਸੇ ਵੱਲ ਵੀ ਕੋਈ ਅਚੀਵਮੈਂਟ ਕੀਤੀ ਹੈ? ਜੀ, ਮੈਂ ਉਧਰ ਵੀ, ਮੈਂ ਇੰਗਲਿਸ਼ ਦੇ ਵਿੱਚ ਵੀ ਹਮੇਸ਼ਾ ਕਵਿਤਾਵਾਂ ਜਾਂ ਜੋ ਵੀ ਆਰਟੀਕਲਸ ਆ ਲਿਖਦੀ ਹੈ, ਪਰ ਖਾਸ ਕਰਕੇ ਇੱਕ ਵੂਮਨ ਦੇ ਉੱਪਰ ਲਿਖਿਆ ਗਿਆ ਸੀ, ਇੱਕ ਪੋਇਮ ਲਿਖੀ ਗਈ ਸੀ। ਉਹ ਸਾਰੇ ਹੀ ਉਹਦੇ ਵਿੱਚ ਮਤਲਬ ਕੋਈ ਆਸਟ੍ਰੇਲੀਆ, ਕੋਈ ਰਸ਼ੀਆ, ਕੋਈ ਮਤਲਬ ਕੈਨੇਡਾ, ਏਦਾਂ ਸਾਰੇ ਵੱਖਰੇ ਵੱਖਰੇ ਜਿਹੜੇ ਅਬਰੋਡ ਪਰਸਨ ਸੀਗੇ, ਉਹੀ ਵਿੱਚ ਉਹਦੇ ਸ਼ਿਰਕਤ ਕਰ ਰਹੇ ਸੀ। ਤੇ ਮੈਂ ਵੀ ਆਪਣਾ ਇੰਗਲਿਸ਼ ਦੀ ਪੋਇਮ ਉਹਦੇ ਵਿੱਚ ਲਿਖੀ, ਤੇ ਮੈਨੂੰ ਖੁਦ ਨੂੰ ਯਕੀਨ ਨਹੀਂ ਹੋ ਰਿਹਾ ਸੀ ਜਿਸ ਦਿਨ ਰਿਜ਼ਲਟ ਆਇਆ, ਤੇ ਮੇਰਾ ਵੀ ਸੈਕਿੰਡ ਪ੍ਰਾਈਜ਼ ਨਿਕਲਿਆ। ਮਤਲਬ ਤੇ ਉਹਨਾਂ ਨੇ ਵੀ ਐਂ ਕਿਹਾ ਕਿ 26 ਰਾਈਟਰਸ ਜਿਹੜੇ ਸੀ ਉਹ ਸਾਰੇ ਫੋਰਨਰ ਰਾਈਟਰ ਸੀ, ਤੇ ਉਹਨਾਂ ਨੇ ਜਦੋਂ ਪ੍ਰਾਊਡਲੀ ਮੇਰਾ ਨੇਮ ਲਿਆ ਕਿ ਜਿਹੜੀ ਮਿਸ ਅਲੀਨਾ ਤਿਮਾਨ, ਤੇ ਫਿਰ ਉਹ ਖਾਸ ਕਰਕੇ ਉਹ ਨਾਲ ਨਹੀਂ ਲਾਉਂਦੇ ਜਦੋਂ ਕਿ the one and only first Indian girl, ਇਹ first ਪੰਜਾਬੀ ਗਰਲ, ਤਾਂ ਫਿਰ ਉਹ ਇੱਕ ਹੁੰਦਾ ਨਾ ਕਿ ਮਾਣ ਵਾਲੀ ਗੱਲ ਹੈ। ਜੀ ਬਿਲਕੁਲ ਬਿਲਕੁਲ। ਔਰ ਕੀ ਉਹ ਸੁਣਾ ਸਕਦੇ ਹੋ, ਕਿਉਂਕਿ ਮੇਰੇ ਅੰਦਰ ਵੀ ਇੰਟਰਸਟ ਰਹੇਗਾ। ਦੇ ਵਿੱਚੋਂ ਮਤਲਬ ਮੇਰਾ ਨੇਮ ਆਇਆ। ਹਾਂਜੀ, 26 ਰਾਈਟਰਸ ਦੇ ਵਿੱਚੋਂ, ਯਾਨੀ ਕਿ ਮੈਂ ਸੈਕਿੰਡ ਮੇਰਾ ਪ੍ਰਾਈਜ਼। ਵੈਰੀ ਗੁੱਡ, ਵੈਰੀ ਗੁੱਡ, ਬਹੁਤ ਵਧੀਆ। ਤੇ ਕੀ ਉਸ ਪੋਇਮ ਚੋਂ ਵੀ ਕੁਝ ਚੀਜ਼ਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ? ਹਾਂਜੀ, ਮੈਂ ਇੰਗਲਿਸ਼ ਪੋਇਮ ਸ਼ੋਰ, ਮੈਂ ਜਿੰਨਾ ਵੀ ਕਰੋ, ਤੁਸੀਂ ਮੈਨੂੰ ਟਾਈਮ ਦੇ ਰਹੇ ਹੋ ਕਿ ਇੰਗਲਿਸ਼ ਦੀ ਵੀ ਮੈਂ ਇੱਥੇ ਸ਼ੇਅਰ ਕਰ ਸਕਾਂ, ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਅੱਜ ਪੰਜਾਬੀ ਤੇ ਇੰਗਲਿਸ਼ ਇਕੱਠੀ ਸ਼ੇਅਰ ਹੋਏਗੀ। ਜੀ ਹਾਂਜੀ, ਬਟ ਮੈਂ ਐਕਸਪੈਕਟ ਨਹੀਂ ਸੀ ਕੀਤਾ ਕਿ ਇੱਥੇ, ਹਾਂਜੀ, ਮੈਂ ਦੀ ਵੂਮਨ ਲਿਖਿਆ ਸੀ, ਉਹਦਾ ਟਾਈਟਲ ਸੀ ਦੀ ਵੂਮਨ, ਤੇ ਮੈਂ ਉਹ ਪੋਇਮ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਜ਼ਰੂਰ ਜੀ। A feel of love, fantasy and paradise, the one who is a bliss and a sound advice, the one
who knows less and understand more. Hmm. Her dreams, desires always being ignored. Hmm. In her companionship, Hmm. none feel bored. Hmm. In her laps, thousand skies you can explore. Hmm. She neither stop nor tired, Hmm. continues walk for, Hmm. having smile on her face, Hmm. knows the art to live more. Hmm. She has the ability to deal so, Hmm. who accepts the challenges and knows how the life will be decored. Hmm. In the abundance of sorrow, जी. although her soul is torn, Hmm. then he enhances her confidence, creates some more roar. Hmm. The more she suffers agony, Hmm. the more she suffers agony, as much tears she pours. She जी. shapen her purity and seems pretty adored. The जी. one who is herself uniqueness and far away from prejudices, जी. and Lord, maintaining her self-respect makes herself only yours. Maintaining herself makes herself only yours. ਵਾਹ ਜੀ ਵਾਹ, ਬਹੁਤ ਵਧੀਆ। ਤੇ ਇਹਦੇ ਨਾਲ ਹੀ ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਤੁਸੀਂ ਇਸ ਤੋਂ ਇਲਾਵਾ ਜਿਹੜੇ ਹੈ ਇਹਨਾਂ ਦੇ ਨਾਲ, ਜਿਸ ਤਰ੍ਹਾਂ ਵਿਸ਼ਵ ਪੰਜਾਬੀ ਸਭਾ ਦੀ ਇੱਕ ਕਾਨਫਰੰਸ ਹੋਈ ਹੈ ਦੁਬਈ ਦੇ ਵਿੱਚ, ਉਹਦੇ ਨਾਲ ਵੀ ਤੁਸੀਂ ਰਿਲੇਟਡ ਰਹੇ ਹੋ। ਔਰ ਨਾਲ ਦੀ ਨਾਲ ਮੇਰਾ ਕੁਐਸਚਨ ਰਹੇਗਾ ਕਿ ਤੁਸੀਂ ਕਾਫੀ ਸਾਰੇ ਮੈਗਜ਼ੀਨਸ ਔਰ ਨਿਊਜ਼ਪੇਪਰਸ ਦੇ ਵਿੱਚ ਵੀ ਜਿਹੜਾ ਹੈ ਉਹ ਲਿਖਿਆ ਹੈ, ਕੰਮ ਕੀਤਾ ਹੈ। ਇਹ ਸਾਰੀਆਂ ਚੀਜ਼ਾਂ ਵੀ ਥੋੜ੍ਹਾ ਸ਼ੇਅਰ ਕਰੋ ਚਲਦਿਆਂ ਸਾਡੇ ਲਿਸਨਰ ਤਾਂ ਜੀ। ਹਾਂਜੀ ਬਿਲਕੁਲ। ਤੇ ਅਸੀਂ ਜਿਵੇਂ ਕਿ ਤੁਹਾਨੂੰ ਦੱਸ ਰਹੇ ਸੀ ਕਿ 23 ਤੋਂ 27 ਸਤੰਬਰ ਤੱਕ ਸਾਡੀ ਜਿਹੜੀ ਜਾਗਰੂਕਤਾ ਮਤਲਬ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਲਈ ਅਸੀਂ ਜਾਗਰੂਕਤਾ ਬੱਸ ਰੈਲੀ ਕੱਢ ਰਹੇ ਹਾਂ, ਜਿਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਸਾਨੂੰ ਉਹ ਰਵਾਨਾ ਕਰਨਗੇ ਹਰੀ ਝੰਡੀ ਦੇ ਕੇ। ਤੇ ਸਾਡੇ ਬ੍ਰਾਂਡ ਅੰਬੈਸਡਰ ਬਾਲ ਮੁਕੰਦ ਸ਼ਰਮਾ ਜੀ ਤੇ ਲੈਕਚਰਰ ਮੈਡਮ ਬਲਵੀਰ ਕੌਰ ਜੀ, ਮੁੱਖ ਮੰਤਰੀ ਪੰਜਾਬ ਦੇ ਜਿਹੜੇ OSD ਸਰਦਾਰ ਰਾਜਵੀਰ ਸਿੰਘ ਘੁੰਮਣ ਤੇ OSD ਸਰਦਾਰ ਮਨਜੀਤ ਸਿੰਘ ਸਿੱਧੂ, ਉਹਨਾਂ ਨੂੰ ਮਿਲ ਚੁੱਕੇ ਆ, ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕਰ ਚੁੱਕੇ ਆ। ਤੇ ਜਿਹੜੀ ਦੁਬਈ ਵਾਲੀ ਜਿਹੜੀ ਸਾਡੀ ਕਾਨਫਰੰਸ ਆ, ਵਿਸ਼ਵ ਪੰਜਾਬੀ ਕਾਨਫਰੰਸ ਦੁਬਈ ਹੋਣ ਜਾ ਰਹੀ ਹੈ, ਪਹਿਲੀ ਪੰਜਾਬੀ ਵਿਸ਼ਵ ਕਾਨਫਰੰਸ ਇਹ ਦੁਬਈ ਹੋਣ ਜਾ ਰਹੀ ਹੈ 29-30 ਸਤੰਬਰ ਤੇ 1 ਅਕਤੂਬਰ ਨੂੰ ਜੀ। ਤੇ ਇਹਦੇ ਵਿੱਚ ਵੀ ਅਸੀਂ ਇਹੀ ਕਰ ਰਹੇ ਹਾਂ ਕਿ ਅਸੀਂ ਦੁਬਈ ਦੇ ਵਿੱਚ ਪੰਜਾਬੀ ਭਾਸ਼ਾ ਦੇ ਜਿਹੜੇ ਬੈਠੇ ਸਾਹਿਤਕਾਰ ਨੇ ਉਹਨਾਂ ਨੂੰ, ਤੇ ਇੱਥੋਂ ਪੰਜਾਬ ਤੋਂ ਵੀ ਅਸੀਂ ਜਾ ਰਹੇ ਹਾਂ ਸਾਰੇ ਰਲ ਕੇ ਉੱਥੇ ਮੀਟਿੰਗ ਕਰਨ ਵਾਸਤੇ, ਕਾਨਫਰੰਸ ਕਰਨ ਵਾਸਤੇ। ਇਹ ਬਹੁਤ ਵੱਡਾ ਸੁਭਾਗ ਹੈ ਕਿ ਅਸੀਂ ਮਤਲਬ ਆਪਾਂ ਕਹਿ ਲਓ ਕਿ ਦੂਸਰੀਆਂ ਕੰਟਰੀਜ਼ ਦੇ ਵਿੱਚ, ਦੂਸਰੀਆਂ ਅਸੀਂ ਸਟੇਟਾਂ ਦੇ ਵਿੱਚ ਜਾ ਰਹੇ ਹਾਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੇ ਲਈ, ਜਿਹੜਾ ਕਿ ਸਾਨੂੰ ਮੌਕਾ ਮਿਲ ਰਿਹਾ ਹੈ ਕਿ ਉਸ ਦੇ ਅਸੀਂ ਪ੍ਰਚਾਰ ਦੇ ਵਿੱਚ ਆਪਣਾ ਹਿੱਸਾ ਨਿਭਾ ਰਹੇ ਹਾਂ। ਬਿਲਕੁਲ, ਬਹੁਤ ਵਧੀਆ। ਹਾਂਜੀ, ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹਨਾਂ ਦਾ ਮੈਂ ਮੈਂਬਰ ਹੈ, ਮੈਂ ਇਹਨਾਂ ਦੀ ਤੁਸੀਂ ਉੱਥੇ ਜਾ ਕੇ ਆਓ, ਅਸੀਂ ਕਰ ਰਹੇ ਹਾਂ ਇਹਨਾਂ ਤੇ। ਤੁਸੀਂ ਉੱਥੇ ਜਾ ਕੇ ਆਓ, ਫਿਰ ਉੱਥੋਂ ਦੇ ਜੋ ਐਕਸਪੀਰੀਅੰਸ ਹੋਣਗੇ ਉਹਨਾਂ ਤੇ ਆਪਾਂ ਦੁਬਾਰਾ ਫਿਰ ਇੱਕ ਸ਼ੋਅ ਕਰਾਂਗੇ, ਜਿਸ ਦੇ ਵਿੱਚ ਅਸੀਂ ਤੁਹਾਡੇ ਦੁਬਈ ਵਾਲੇ ਹੀ ਪੂਰੇ ਦੇ ਪੂਰੇ ਐਕਸਪੀਰੀਅੰਸਿਸ ਤੁਹਾਡੇ ਤੋਂ ਤੇ ਹੋਰ ਤੁਹਾਡੇ ਨਾਲ ਦੇ ਜਿਹੜੇ ਸਾਥੀ ਹੈ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਔਰ ਇਹਦੇ ਨਾਲ ਹੀ ਦੋਸਤੋ ਮੈਂ ਇੱਕ ਗੱਲ ਇਹ ਵੀ ਕਹਿ ਦੇਣੀ ਚਾਹੁੰਦਾ ਕਿ ਸਾਡੇ ਕੋਲ ਵੀ ਐਲੀਨਾ ਦੀਆਂ ਇਸ ਵੇਲੇ ਜਿਹੜੀਆਂ ਨੇ ਉਹ ਕਰੀਬ 7-8 ਪੋਇਮਸ ਆਈਆਂ ਹੋਈਆਂ, ਅਤੇ ਇਹ ਜੋ 7-8 ਪੋਇਮਸ ਹੈ ਇਹਨਾਂ ਦੀਆਂ ਉਹ ਮੈਂ ਅਲੱਗ-ਅਲੱਗ ਆਪਣੇ ਸਮੇਂ 'ਤੇ ਆਪਣੇ ਰੇਡੀਓ ਸ਼ੋਜ਼ ਦੇ ਵਿੱਚ ਚਲਾਉਂਦਾ ਰਹਾਂਗਾ। ਉਹ ਤੁਸੀਂ ਅਗਲੇ ਸਾਡੇ ਪ੍ਰੋਗਰਾਮਾਂ 'ਚ ਇਹਨਾਂ ਦੀਆਂ ਪੋਇਮਸ ਵੀ ਇਸੇ ਤਰ੍ਹਾਂ ਹੀ ਸੁਣਦੇ ਰਹੋਗੇ। ਔਰ ਇਹਦੇ ਨਾਲ ਹੀ ਤੁਸੀਂ ਐਲੀਨਾ ਸਾਡੇ ਇਸ ਸ਼ੋਅ ਦੇ ਵਿੱਚ ਹਿੱਸਾ ਲਿਆ, ਬਹੁਤ ਚੰਗਾ ਲੱਗਾ। ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਆਪਣਾ ਪਿਆਰ ਭਰਿਆ ਸੰਬੰਧ ਰੇਡੀਓ ਖੁਸ਼ੀ ਨਾਲ ਇਸੇ ਤਰ੍ਹਾਂ ਬਣਾਈ ਰੱਖੋਗੇ ਔਰ ਸਮੇਂ-ਸਮੇਂ 'ਤੇ ਸਾਡੇ ਨਾਲ ਗੱਲ ਕਰਦੇ ਰਹੋਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਰੇਡੀਓ ਖੁਸ਼ੀ 'ਤੇ ਆਉਣ ਲਈ। ਜਾਂਦਿਆਂ ਕੀ ਕਹਿਣਾ ਚਾਹੋਗੇ? ਜੀ, ਮੈਂ
ਇੱਕ ਤਾਂ ਸਭ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਕਹਿਣਾ ਕਵਾਂਗੀ ਕਿ ਬਹੁਤ ਬਹੁਤ ਸ਼ੁਕਰੀਆ, ਦਿਲੋਂ ਧੰਨਵਾਦ ਹੈ ਕਿ ਇੰਨਾ ਵਧੀਆ ਪਲੇਟਫਾਰਮ ਤੁਸੀਂ ਸਾਨੂੰ ਜੀ। ਦਿੱਤਾ, ਜਿਹਦੇ ਵਿੱਚ ਅਸੀਂ ਆਪਣੀ ਜੋ ਵਿਸ਼ਵ ਪੰਜਾਬੀ ਸਭਾ ਦੀਆਂ ਜੋ ਅਗਲੇ ਨੈਕਸਟ ਪ੍ਰੋਗਰਾਮਸ ਆ ਉਹਨਾਂ ਨੂੰ ਜੋ ਅਸੀਂ ਉਹ ਲੀਕ ਰਹੇ ਆ, ਤੁਸੀਂ ਜੀ। ਉਹਨਾਂ ਨੂੰ ਸਾਰੇ ਸਰੋਤਿਆਂ ਤੱਕ ਪਹੁੰਚਾਇਆ। ਜੀ। ਤੇ ਦੂਸਰਾ ਇਹ ਕਿ ਮੈਨੂੰ ਇੱਕ ਛੋਟੀ ਸਟੂਡੈਂਟ ਨੂੰ ਤੁਸੀਂ ਮਤਲਬ ਇੱਥੇ ਇੰਨਾ ਪਿਆਰ ਦੇ ਰਹੇ ਹੋ, ਬੇਟਾ ਹਮੇਸ਼ਾ ਇੰਨਾ ਵਧੀਆ ਤੁਸੀਂ ਮੈਨੂੰ ਬੇਟਾ ਕਹਿ ਕੇ ਹੀ ਬੋਲਦੇ ਹੋ ਤੇ ਇੰਨੇ ਪਿਆਰ ਨਾਲ ਤੁਸੀਂ ਸਕਿਆ, ਤੇ ਉਹਦੇ ਲਈ ਮੈਂ ਬਹੁਤ ਬਹੁਤ ਸ਼ੁਕਰ ਹਾਂ। ਬਾਕੀ ਸਾਰੇ ਜਿਹੜੇ ਸਰੋਤੇ ਨੇ ਉਹ ਸੁਣ ਰਹੇ ਨੇ ਤਾਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਾਨ। ਤੇ ਬਿਲਕੁਲ ਮੈਂ ਮੇਰਾ ਇਹ ਸੁਭਾਗ ਹੋਵੇਗਾ ਕਿ ਮੈਂ ਦੁਬਾਰਾ ਵੀ ਫਿਰ ਇਸ ਚੀਜ਼ ਇੱਥੇ ਇਸ ਪਲੇਟਫਾਰਮ ਤੇ ਫਿਰ ਆ ਸਕਾਂ। ਤੇ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਕਿ ਮੈਨੂੰ ਇਹ ਲੱਗਿਆ ਕਿ ਸਿਰਫ ਇੱਥੇ ਪੰਜਾਬੀ ਦੀ ਹੀ ਗੱਲ ਹੋਏਗੀ, ਪਰ ਇੱਥੇ ਪੰਜਾਬੀ ਦੀ ਵੀ ਪੋਇਮ ਜੀ ਬਿਲਕੁਲ ਜੀ, ਸਾਡੇ ਕੋਲ ਪੰਜਾਬੀ ਹੈ, ਇੰਗਲਿਸ਼ ਦੀ ਪੋਇਮ ਵੀ ਹਾਂ ਹਾਂਜੀ ਸਾਂਝੀ ਕੀਤੀ। ਸੋ ਇਹ ਤੁਸੀਂ ਬਹੁਤ ਹੀ ਪਹਿਲੀ ਵਾਰੀ ਇਹ ਹੋਇਆ, ਸੋ ਮੈਂ ਬਹੁਤ ਕੀ ਕਹਾਂ ਕਿ ਐਪਰੀਸ਼ੀਏਟ ਵੀ ਕਰਦੀ ਆ ਤੇ ਬਹੁਤ ਬਹੁਤ ਸੋ ਗ੍ਰੇਟਫੁਲ ਕਿ ਇਹ ਦੋ ਚੀਜ਼ਾਂ ਇੱਥੇ ਮਤਲਬ ਮੇਰੇ ਨਾਲ ਨਿਊ ਹੋਈਆਂ ਨੇ, ਇਸ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਦਿਲੋਂ ਧੰਨਵਾਦ। ਥੈਂਕ ਯੂ ਜੀ। ਇਹ ਤੁਹਾਡਾ ਰੇਡੀਓ ਹੈ ਔਰ ਅਸੀਂ ਚਾਹਾਂਗੇ ਤੁਸੀਂ ਸਦਾ ਹੀ ਸਾਡੇ ਨਾਲ ਜੁੜੇ ਰਹੋ ਔਰ ਆਪਣੀਆਂ ਹਰ ਇੱਕ ਰਚਨਾਵਾਂ ਦੀ ਸਾਂਝ ਸਾਡੇ ਨਾਲ ਪਾਉਂਦੇ ਰਹੋ, ਔਰ ਇਹਦੇ ਨਾਲ ਹੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਅਲੀਨਾ, ਤੁਹਾਡਾ ਰੇਡੀਓ ਤੇ ਆਉਣ ਲਈ ਧੰਨਵਾਦ ਜੀ। ਤੇ ਅੰਕਲ ਹਾਂਜੀ ਮੈਂ ਤੁਹਾਡੇ ਲਈ ਦੋ ਲਫ਼ਜ਼ ਬੋਲਾਂਗੀ। ਜੋ ਨੀਵੇਂ ਉੱਡਦੇ ਨੇ ਸ਼ਾਬਾਸ਼ ਨਹੀਂ ਹੁੰਦੇ, ਸਾਰੇ ਹੀ ਪੱਥਰ ਤਾਂ ਪੁਖਰਾਸ ਨਹੀਂ ਹੁੰਦੇ, ਰੱਖ ਸੀਸ ਤਲੀ ਜਿਹੜੇ ਤੁਰਦੇ ਨੇ ਪੈਂਡੇ ਉੱਤੇ, ਉਹ ਬੰਦੇ ਕਦੇ ਸ਼ੋਹਰਤ ਦੇ ਮੁਹਤਾਜ ਨਹੀਂ ਹੁੰਦੇ, ਉਹ ਬੰਦੇ ਕਦੇ ਸ਼ੋਹਰਤ ਦੇ ਮੁਹਤਾਜ ਨਹੀਂ ਹੁੰਦੇ। ਬਹੁਤ ਬਹੁਤ ਸ਼ੁਕਰੀਆ ਅੰਕਲ ਜੀ, ਤੁਸੀਂ ਮੈਨੂੰ ਆਪਣਾ ਬਿਜ਼ੀ ਸਕੈਜੂਲ ਦੇ ਵਿੱਚ ਟਾਈਮ ਦਿੱਤਾ, ਤੇ ਸਰੋਤਿਆਂ ਦਾ ਵੀ ਜਿਹੜੇ ਸੁਣ ਰਹੇ ਨੇ ਬਹੁਤ 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 ਸ਼ੁਕਰੀਆ। ਫਿਰ ਤੋਂ ਧੰਨਵਾਦ, ਫਿਰ ਮਿਲਾਂਗੇ। ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਦੋਸਤੋ ਰੇਡੀਓ ਖੁਸ਼ੀ 90.4 FM ਤੇ ਤੁਸੀਂ ਮੇਰੇ ਨਾਲ ਸੁਣ ਰਹੇ ਸੀ ਐਲੀਨਾ ਧੀਮਾਨ ਨੂੰ। ਐਲੀਨਾ ਧੀਮਾਨ ਹੈ ਜਿਹੜੇ ਇੱਕ ਪੰਜਾਬੀ ਯੰਗ ਰਾਈਟਰ ਸਨ ਔਰ ਪੰਜਾਬੀ ਵਿਸ਼ਵ ਸਭਾ ਕੈਨੇਡਾ ਦੇ ਨਾਲ ਉਹ ਜੁੜੇ ਹੋਏ ਨੇ। ਬੜੀਆਂ ਸੋਹਣੀਆਂ ਉਹਨਾਂ ਨੇ ਅੱਜ ਸਾਨੂੰ ਕਵਿਤਾਵਾਂ ਵੀ ਸੁਣਾਈਆਂ, ਨਾਲ ਦੀ ਨਾਲ ਗੱਲਾਂ ਵੀ ਕੀਤੀਆਂ ਔਰ ਵਾਕਿਆ ਹੀ ਬਾ ਕਮਾਲ ਗੱਲਾਂ ਸਨ। ਔਰ ਮੈਂ ਆਸ ਕਰਾਂਗਾ ਕਿ ਇਹ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਕੱਲ੍ਹ ਨੂੰ ਮੈਂ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਦਿਓ ਇਜਾਜ਼ਤ ਆਪਣੇ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਨੂੰ। ਗੁਣਗੁਣਾਤੇ ਰਹੋ ਰੇਡੀਓ ਖੁਸ਼ੀ 90.4